ਉਸ ਪਰ ਜ਼ਿੰਦਗੀ ਨਾਵਲ ਦਾ ਭਾਗ 14। ਜਦੋਂ ਦੁਨਿਆਵੀ ਸਾਰੇ ਆਸਰੇ ਖਤਮ ਹੁੰਦੇ ਨਜ਼ਰ ਆਉਣ ਤਾਂ ਉਸ ਵਕਤ ਸਾਰੀ ਗੱਲ ਪਰਮਾਤਮਾ ਉੱਪਰ ਛੱਡ ਦਿੱਤੀ ਜਾਂਦੀ ਆ। ਜਿਸ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਬਖਸ਼ੀ ਆ, ਬਸ ਉਹੀ ਮਾਲਕ ਸਭ ਨੂੰ ਖਾਣ ਲਈ ਵੀ ਦੇਵੇਗਾ। ਸੁਣਿਆ ਆ ਕਿ ਪਰਮਾਤਮਾ ਤਾਂ ਪੱਥਰਾਂ ਦੇ ਅੰਦਰ ਬੈਠੇ ਜੀਵਾਂ ਦੇ ਮੂੰਹ ਤੱਕ ਵੀ ਅੰਨ ਦਾਣਾ ਪਹੁੰਚਾ ਦਿੰਦਾ ਆ। ਇਹ ਤਾਂ ਫੇਰ ਵੀ ਜਿਉਂਦੀ ਜਾਗਦੀ ਉਸ ਮਾਲਕ ਦੀ ਬਣਾਈ ਹੋਈ ਇਨਸਾਨੀ ਰੂਪੀ ਜਾਤ ਆ। ਹੁਣ ਉਹਨਾਂ ਮੁੰਡਿਆਂ ਕੋਲ ਪਰਮਾਤਮਾ ਦੇ ਆਸਰੇ ਤੋਂ ਸਿਵਾਏ ਹੋਰ ਕੋਈ ਆਸਰਾ ਵੀ ਨਹੀਂ ਬਚਿਆ ਸੀ। ਸਾਰੇ ਜਣੇ ਦਿਲ ਹੀ ਦਿਲ ਉਸ ਮਾਲਕ ਨੂੰ ਯਾਦ ਕਰ ਰਹੇ ਸੀ। ਵੈਸੇ ਦੇਖਿਆ ਜਾਏ ਤਾਂ ਸਾਨੂੰ ਪਰਮਾਤਮਾ ਵੀ ਸਦਾ ਔਖੇ ਵੇਲੇ ਹੀ ਯਾਦ ਆਉਂਦਾ ਆ। ਸੌਖੇ ਵੇਲੇ ਤਾਂ ਅਸੀਂ ਹੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦੇ ਆ। ਸਵੇਰ ਦੇ 10 ਕੁ ਵਜੇ ਮੌਂਟਰੀ ਸਿਟੀ ਉਸ ਢੱਠੇ ਜਿਹੇ ਘਰ ਦੇ ਵਿੱਚ ਕੋਈ ਥੱਲੇ ਲੰਮਾ ਪਿਆ ਸੀ ਤੇ ਕੋਈ ਕੰਧ ਨਾਲ ਢੋਲ ਆਈ ਬੈਠਾ ਪਤਾ ਨਹੀਂ ਕਿਹੜੀਆਂ ਡੂੰਘੀਆਂ ਸੋਚਾਂ 'ਚ ਡੁੱਬਾ ਪਿਆ ਸੀ। ਤਦ ਅਚਾਨਕ ਉਸ ਘਰ ਦਾ ਟੁੱਟਾ ਜਿਹਾ ਦਰਵਾਜ਼ਾ ਖੋਲ੍ਹ ਕੇ 2 ਆਦਮੀ ਅੰਦਰ ਆਉਂਦੇ ਆ। ਉਹਨਾਂ ਦੋਵਾਂ ਬੰਦਿਆਂ ਦੇ ਹੱਥਾਂ ਵਿੱਚ ਕਾਫੀ ਸਮਾਨ ਫੜਿਆ ਹੋਇਆ ਸੀ ਤੇ ਉਹਨਾਂ ਦੋਵਾਂ ਦੇ ਵਿੱਚ ਇੱਕ ਪੰਜਾਬੀ ਮੁੰਡਾ ਵੀ ਸੀ। ਕੀ ਹਾਲ ਆ ਤੁਹਾਡੇ ਮੁੰਡਿਓ? ਅੰਦਰ ਵੜਦੇ ਹੀ ਉਸ ਪੰਜਾਬੀ ਮੁੰਡੇ ਨੇ ਪੁੱਛਿਆ। ਇੱਥੇ ਹਾਲ ਕਾਹਦੇ ਆ? ਅਸੀਂ ਤਾਂ ਬਹੁਤ ਬੁਰੇ ਫਸੇ ਆ। ਕਾਫਲੇ ਵਿੱਚੋਂ ਇੱਕ ਮੁੰਡੇ ਨੇ ਢਿੱਲੇ ਜਿਹੇ ਮੂੰਹ ਨਾਲ ਜਵਾਬ ਦਿੱਤਾ। ਓਏ ਘਬਰਾਈਦਾ ਨਹੀਂ ਹੁੰਦਾ, ਤੁਸੀਂ ਹੌਸਲਾ ਰੱਖੋ। ਸਮਾਨ ਨੂੰ ਇੱਕ ਪਾਸੇ ਰੱਖਦੇ ਹੋਏ ਉਸ ਪੰਜਾਬੀ ਮੁੰਡੇ ਨੇ ਕਿਹਾ। ਭੁੱਖੇ ਢਿੱਡ ਹੌਸਲਾ ਨਹੀਂ ਰੱਖਿਆ ਜਾਂਦਾ ਬਾਈ। ਅੱਜ 5 ਦਿਨ ਹੋ ਗਏ, ਢਿੱਡ ਵਿੱਚ ਇੱਕ ਵੀ ਅੰਨ ਦਾ ਦਾਣਾ ਤੱਕ ਨਹੀਂ ਗਿਆ। ਅਸੀਂ ਪਤਾ ਨਹੀਂ ਕਾਹਦੇ ਆਸਰੇ ਹੁਣ ਤੱਕ ਜਿਉਂਦੇ ਰਹੇ ਆ। ਇਹਦੇ ਨਾਲੋਂ ਤਾਂ ਚੰਗਾ ਰੱਬ ਸਾਨੂੰ ਮੌਤ ਹੀ ਦੇ ਦੇਵੇ, ਸਾਡਾ ਛੁਟਕਾਰਾ ਤਾਂ ਹੋ ਜਾਊਗਾ। ਪਤਾ ਨਹੀਂ ਕਿਉਂ ਦੀਪ ਅੱਜ ਆਪ ਮੁਹਾਰੇ ਹੀ ਉਸ ਪੰਜਾਬੀ ਮੁੰਡੇ ਨਾਲ ਆਪਣੇ ਦੁੱਖ ਫਰੋਲਣ ਲੱਗਾ ਸੀ। ਹੁਣ ਕਿਉਂ ਹੌਸਲਾ ਛੱਡਦੇ ਆ? ਤੁਸੀਂ ਤਾਂ ਸਮਝੋ ਕਿਨਾਰੇ ਪਹੁੰਚ ਗਏ। ਬਸ ਹੋਰ ਥੋੜ੍ਹੇ ਦਿਨਾਂ ਦੀ ਗੱਲ ਆ, ਤੁਸੀਂ ਅਮਰੀਕਾ ਪਹੁੰਚ ਜਾਣਾ। ਜਦੋਂ ਤੁਸੀਂ ਇੱਕ ਵਾਰੀ ਅਮਰੀਕਾ ਵੜ ਗਏ ਤਾਂ ਤੁਹਾਨੂੰ ਸਾਰੇ ਬੀਤੇ ਦਿਨ ਭੁੱਲ ਜਾਣਗੇ। ਪੰਜਾਬੀ ਮੁੰਡਾ ਹੌਸਲੇ ਦੀ ਮੂਰਤ ਬਣੀ ਖਲੋਤਾ ਸੀ। ਦਿਨ ਤਾਂ ਆਪੇ ਭੁੱਲ ਜਾਣੇ ਜਦੋਂ ਅਸੀਂ ਜਿਉਂਦੇ ਹੀ ਨਾ ਰਹੇ। ਅਮਰੀਕਾ ਪਹੁੰਚਣਾ ਤਾਂ ਹੁਣ ਦੂਰ ਦੀ ਗੱਲ ਲੱਗਦੀ, ਭੁੱਖ ਨੇ ਸਾਨੂੰ ਪਹਿਲਾਂ ਹੀ ਮਾਰ ਦੇਣਾ। ਦੋਵਾਂ ਹੱਥਾਂ ਨਾਲ ਮੁੱਕੀਆਂ ਨਾਲ ਢਿੱਡ ਨੂੰ ਨੱਪਦੇ ਹੋਏ ਲਾਲੀ ਆਪਣੇ ਦੁੱਖ ਰੋਣ ਲੱਗਾ। ਬਾਈ ਪਿੱਛੇ ਜੋ ਹੋ ਗਿਆ ਸੋ ਹੋ ਗਿਆ, ਹੁਣ ਅਸੀਂ ਤੁਹਾਨੂੰ ਭੁੱਖੇ ਨਹੀਂ ਮਰਨ ਦਿੰਦੇ। ਉਸ ਪੰਜਾਬੀ ਮੁੰਡੇ ਤੇ ਉਹਦੇ ਨਾਲ ਦੇ ਸਾਥੀ ਨੇ ਫਟਾਫਟ ਬੋਰਿਆਂ 'ਚੋਂ ਸਮਾਨ ਕੱਢਿਆ ਤੇ ਸਾਰਿਆਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ। ਸਾਈਂ, ਇਹੋ ਗੱਲਾਂ ਸਾਡਾ ਏਜੰਟ ਪਾਕਿਸਤਾਨ ਕਹਿੰਦਾ ਹੁੰਦਾ ਸੀ। ਆਖੇ ਤੁਹਾਨੂੰ ਰਾਹ ਵਿੱਚ ਪੂਰਾ ਤਕਲੀਫ ਨਹੀਂ ਆਉਂਦੀ, ਪਰ ਇੱਥੇ ਹੋਇਆ ਸਭ ਕੁਝ ਉਹਨਾਂ ਦੇ ਕਹੇ ਤੋਂ ਉਲਟੀ ਆ। ਅਨਵਰ ਨੇ ਵੀ ਆਪਣੇ ਮਨ ਦੀ ਭੜਾਸ ਬਾਹਰ ਕੱਢ ਮਾਰੀ ਸੀ। ਤੁਹਾਨੂੰ ਪਹਿਲਾਂ ਕਿਸੇ ਨੇ ਕੀ ਕਿਹਾ? ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ, ਪਰ ਜਿੰਨਾ ਚਿਰ ਤੁਸੀਂ ਸਾਡੇ ਕੋਲ ਰਹੋਗੇ ਉਨੇ ਦਿਨ ਤੁਹਾਨੂੰ ਖਾਣ ਪੀਣ ਦੀ ਕਦੇ ਤੋਟ ਨਹੀਂ ਹੋਣ ਦਿੰਦੇ। ਇਹ ਮੇਰਾ ਤੁਹਾਡੇ ਨਾਲ ਵਾਅਦਾ। ਪੰਜਾਬੀ ਮੁੰਡਾ ਹਰ ਪੱਖੋਂ ਹੌਸਲਾ ਦੇ ਰਿਹਾ ਸੀ। ਚੱਲ ਤੇਰਾ ਵਾਅਦਾ ਵੀ ਵੇਖ ਲੈਂਦੇ ਆ ਸਾਈਂ। ਖਾਣ ਪੀਣ ਵਾਲਾ ਸਮਾਨ ਵੇਖ ਕੇ ਸਾਰਿਆਂ ਦੇ ਚਿਹਰੇ ਮਾਰੂਥਲ ਵਿੱਚ ਖਿੜੇ ਹੋਏ ਫੁੱਲ ਵਾਂਗੂ ਹੋ ਗਏ ਸੀ। ਇਸ ਘਰ ਵਿੱਚ ਸਾਰਿਆਂ ਨੂੰ ਭਰ ਪੇਟ ਖਾਣ ਨੂੰ ਦਿੱਤਾ ਗਿਆ। ਨਾਲੇ ਉਸ ਪੰਜਾਬੀ ਮੁੰਡੇ ਨੇ ਸਾਰਿਆਂ ਨੂੰ ਬੜਾ ਹੌਸਲਾ ਦਿੱਤਾ। ਇੱਕ ਤਰ੍ਹਾਂ ਉਹਨਾਂ ਦੇ ਭਰੇ ਹੋਏ ਜ਼ਖਮਾਂ ਨੂੰ ਪਿਆਰ ਦੀ ਜ਼ੁਬਾਨ ਦੇ ਨਾਲ ਮੱਲਮ ਲਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਨੇ ਜੇਕਰ ਹੌਸਲਾ ਦੇਣ ਵਾਲਾ ਚੰਗਾ ਮਿਲ ਜਾਏ ਤਾਂ ਉਹਦੇ ਦਿੱਤੇ ਹੌਸਲੇ ਨਾਲ ਜ਼ਖਮੀ ਵੀ ਉੱਠ ਕੇ ਲੜਨ ਨੂੰ ਤਿਆਰ ਹੋ ਜਾਂਦੇ ਆ। ਉਸ ਪੰਜਾਬੀ ਮੁੰਡੇ ਦੇ ਦਿੱਤੇ ਹੋਏ ਹੌਸਲੇ ਨੇ ਮੁੜ ਸਾਰਿਆਂ ਦੇ ਵਿੱਚ ਇੱਕ ਨਵੀਂ ਆਸ ਭਰ ਦਿੱਤੀ ਸੀ ਤੇ ਉਹਦੇ ਦਿੱਤੇ ਹੋਏ ਹੌਸਲੇ ਨਾਲ ਹੀ ਸਾਰੇ ਜਣੇ ਅੱਗੇ ਜਾਣ ਲਈ ਵੀ ਕਾਹਲੀ ਪੈ ਰਹੇ ਸੀ। ਅਗਲੇ ਦਿਨ ਸਵੇਰੇ ਪੇਟ ਪੂਜਾ ਕਰਨ ਤੋਂ ਬਾਅਦ ਸਾਰਿਆਂ ਨੂੰ ਅਗਲੇ ਸਫ਼ਰ ਲਈ ਦੱਸਿਆ ਗਿਆ ਸੀ। ਇਹ ਸਫ਼ਰ ਮੌਂਟੇਰੀ ਸਿਟੀ ਤੋਂ ਬੱਸਾਂ ਰਾਹੀਂ ਸ਼ੁਰੂ ਕੀਤਾ ਗਿਆ। ਕਦੀ ਬੱਸਾਂ ਤੇ ਕਦੀ ਟੈਕਸੀਆਂ ਰਾਹੀਂ ਇਹ ਸਫ਼ਰ ਲਗਾਤਾਰ ਜਾਰੀ ਰਿਹਾ। ਛੋਟੇ ਵੱਡੇ ਸ਼ਹਿਰਾਂ ਵਿੱਚੋਂ ਲੰਘਦੇ ਹੋਏ ਉਹਨਾਂ ਸਾਰੇ ਮੁੰਡਿਆਂ ਦਾ ਇੱਕ ਇੱਕ ਕਦਮ ਅਮਰੀਕਾ ਦੀ ਧਰਤੀ ਵੱਲ ਨੂੰ ਵੱਧਦਾ ਜਾ ਰਿਹਾ ਸੀ। ਇਸੇ ਤਰ੍ਹਾਂ ਹੀ ਸਫ਼ਰ ਕਰਦਿਆਂ 5ਵੇਂ ਦਿਨ ਸਾਰੇ ਜਣੇ ਮੈਕਸੀਕੋ ਦੇ ਸ਼ਹਿਰ ਰੀਨੋਸਾ ਵਿੱਚ ਪਹੁੰਚ ਗਏ ਸੀ। ਇੱਥੇ ਫਿਰ ਸਾਰੇ ਕਾਫਲੇ ਨੂੰ ਰੁਕਣਾ ਪਿਆ ਸੀ ਕਿਉਂਕਿ ਇੰਡੀਆ ਦੇ ਏਜੰਟਾਂ ਨੇ ਇਸ ਤੋਂ ਅੱਗੇ ਲਿਜਾਣ ਦੇ ਡੌਂਕਰਾਂ ਨੂੰ ਜਾਂ ਕਹਿ ਲਵੋ ਕਿ ਮੈਕਸੀਕੋ ਦੇ ਏਜੰਟਾਂ ਨੂੰ ਪੈਸੇ ਨਹੀਂ ਦਿੱਤੇ ਸੀ। ਰੀਨੋਸਾ ਵਿੱਚ ਸਾਰਿਆਂ ਨੂੰ ਇੱਕ ਹਫ਼ਤਾ ਠਹਿਰਨਾ ਪਿਆ ਸੀ। ਜਦੋਂ ਇੰਡੀਆ ਵਾਲੇ ਏਜੰਟਾਂ ਨੇ ਮੈਕਸੀਕੋ ਵਾਲੇ ਏਜੰਟਾਂ ਨੂੰ ਪੈਸੇ ਦੇ ਦਿੱਤੇ ਤਾਂ ਫਿਰ ਉਹਨਾਂ ਨੇ ਸਾਰੇ ਮੁੰਡਿਆਂ ਨੂੰ ਅੱਗੇ ਲਿਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹਨਾਂ 7 ਦਿਨਾਂ ਵਿੱਚ ਵੀ ਦੀਪ ਹੋਰਾਂ ਨੂੰ ਖਾਣ ਲਈ ਬਹੁਤਾ ਕੁਝ ਨਹੀਂ ਦਿੱਤਾ ਗਿਆ ਸੀ। ਬਸ ਪੂਰੇ ਦਿਨ ਇੱਕ ਵਾਰ ਹੀ ਖਾਣ ਨੂੰ ਮਿਲਦਾ ਸੀ। 8ਵੇਂ ਦਿਨ ਸਾਰੇ ਕਾਫਲੇ ਨੂੰ ਰੀਨੋਸਾ ਤੋਂ ਅਮਰੀਕਾ ਦੇ ਬਾਰਡਰ ਵੱਲ ਨੂੰ ਲਿਜਾਣ ਦੀ ਤਿਆਰੀ ਕੀਤੀ ਗਈ। ਜਿਹੜਾ ਰੀਨੋਸਾ ਸ਼ਹਿਰ ਆ ਉਹ ਮੈਕਸੀਕੋ ਦਾ ਸ਼ਹਿਰ ਆ ਜਿਹੜਾ ਕਿ ਅਮਰੀਕਾ ਦੇ ਬਾਰਡਰ ਦੇ ਕੋਲ ਆ ਤੇ ਟੈਕਸਸ ਅਮਰੀਕਾ ਦਾ ਸ਼ਹਿਰ ਆ। ਇਸ ਤਰ੍ਹਾਂ ਅਮਰੀਕਾ ਵਿੱਚ ਦਾਖਲ ਹੋਣ ਲਈ ਜ਼ਿਆਦਾਤਰ ਟੈਕਸਸ ਦਾ ਬਾਰਡਰ ਹੀ ਇਸਤੇਮਾਲ ਕੀਤਾ ਜਾਂਦਾ ਆ। ਵੇਖਿਆ ਜਾਏ ਤਾਂ ਮੈਕਸੀਕੋ ਦਾ ਕਾਫੀ ਹਿੱਸਾ ਅਮਰੀਕਾ ਦੇ ਨਾਲ ਹੀ ਲੱਗਦਾ ਆ। ਮੈਕਸੀਕੋ ਤੋਂ ਹੋਰ ਵੀ ਬਹੁਤ ਥਾਵਾਂ ਆ ਅਮਰੀਕਾ ਦੇ ਵਿੱਚ ਦਾਖਲ ਹੋਣ ਲਈ। ਮੈਕਸੀਕੋ ਦਾ ਇੱਕ ਸ਼ਹਿਰ ਸੋਨੀਟਾ ਮਨੁੱਖੀ ਤਸਕਰੀ ਦਾ ਬਹੁਤ ਵੱਡਾ ਅੱਡਾ ਆ। ਇੱਥੋਂ ਹਰ ਸਾਲ ਕਈ ਅਰਬ ਡਾਲਰ ਦਾ ਕਾਰੋਬਾਰ ਵੀ ਕੀਤਾ ਜਾਂਦਾ ਆ। ਤਕਰੀਬਨ ਹਰ 10,000 ਦੇ ਕਰੀਬ ਭਾਰਤੀ ਲੋਕ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਦਾਖਲ ਹੁੰਦੇ ਆ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਤੇ ਗੁਜਰਾਤ ਦੇ ਨੌਜਵਾਨ ਤੇ ਬੇਰੁਜ਼ਗਾਰੀ ਹੁੰਦੇ ਆ। ਜੇਕਰ ਕੋਈ ਮੁੰਡਾ ਅਮਰੀਕਾ ਜਾਂਦਿਆਂ ਮੈਕਸੀਕੋ ਮਾਫੀਆ ਦੇ ਹੱਥ ਚੜ੍ਹ ਜਾਏ ਤਾਂ ਫਿਰ ਉਹਦੀ ਖੈਰ ਨਹੀਂ ਹੁੰਦੀ।
ਮਾਫੀਆ ਵਾਲੇ ਬੰਦੇ ਉਸ ਬੰਦੇ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਉਹਦੇ ਪਰਿਵਾਰ ਤੋਂ ਮੋਟੀ ਰਕਮ ਵਸੂਲ ਕਰਦੇ ਆ। ਰਕਮ ਨਾ ਮਿਲਣ ਤੇ ਕਈ ਵਾਰ ਮੁੰਡਿਆਂ ਨੂੰ ਗੋਲੀ ਵੀ ਮਾਰ ਦਿੱਤੀ ਜਾਂਦੀ ਆ। ਇਸੇ ਲਈ ਇਹ ਡੌਂਕਰ ਜ਼ਿਆਦਾਤਰ ਮੁੰਡਿਆਂ ਨੂੰ ਜੰਗਲਾਂ ਵਿੱਚ ਜਾਂ ਫਿਰ ਪੁਰਾਣੇ ਘਰਾਂ ਵਿੱਚ ਹੀ ਰੱਖਦੇ ਆ। ਮੈਕਸੀਕੋ ਦਾ ਮਾਫੀਆ ਬਹੁਤ ਹੀ ਸ਼ਕਤੀਸ਼ਾਲੀ ਆ। ਉਹਨਾਂ ਦੀ ਪਹੁੰਚ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਆ ਕਿ ਉੱਥੋਂ ਦੀ ਪੁਲਿਸ ਵੀ ਮਾਫੀਆ ਤੋਂ ਡਰਦੀ ਆ। ਇਸੇ ਕਰਕੇ ਛੇਤੀ ਕਿਤੇ ਮਾਫੀਆ ਨੂੰ ਕੋਈ ਹੱਥ ਹੀ ਨਹੀਂ ਪਾਉਂਦਾ। ਮੈਕਸੀਕੋ ਤੋਂ ਸੋਨੁਇਟਾ ਇਲਾਕੇ ਤੋਂ ਹੀ ਕੰਧ ਟਪਾ ਕੇ ਅਮਰੀਕਾ ਦੇ ਇਲਾਕੇ ਲਿਊਕਵਿਲੇ ਦਾਖਲ ਕਰਵਾਇਆ ਜਾਂਦਾ ਆ। ਇਸ ਕੰਧ ਦੀ ਲੰਬਾਈ ਤਕਰੀਬਨ 3145 ਕਿਲੋਮੀਟਰ ਆ। ਕਈ ਥਾਵਾਂ ਤੋਂ ਕੰਧ ਦੇ ਉੱਪਰੋਂ ਦੀ ਟਪਾ ਕੇ ਅਮਰੀਕਾ ਭੇਜਿਆ ਜਾਂਦਾ ਆ ਤੇ ਕਈ ਥਾਵਾਂ ਤੋਂ ਕੰਧ ਨੂੰ ਹੇਠੋਂ ਤੋੜ ਕੇ ਆਦਮੀ ਦੇ ਲੰਘਣ ਜਿੰਨੀ ਜਗ੍ਹਾ ਤਿਆਰ ਕੀਤੀ ਜਾਂਦੀ ਆ। ਡੋਂਕੀ ਲਵਾਉਣ ਤੋਂ ਤੁਰੰਤ ਬਾਅਦ ਉਸ ਤੋੜੀ ਹੋਈ ਕੰਧ ਨੂੰ ਫਿਰ ਉਸੇ ਤਰ੍ਹਾਂ ਹੀ ਬੰਦ ਕਰ ਦਿੱਤਾ ਜਾਂਦਾ ਆ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ। ਜਦੋਂ ਕੰਧ ਪਾਰ ਕਰਕੇ ਸਹੀ ਸਲਾਮਤ ਅਮਰੀਕਾ ਵਿੱਚ ਦਾਖਲ ਹੋ ਜਾਂਦੇ ਆ, ਫਿਰ ਆਉਂਦਾ ਹੈ ਅੱਗੋਂ ਐਰੀਜ਼ੋਨਾ, ਮੌਤ ਦਾ ਰੇਗਿਸਤਾਨ। ਐਰੀਜ਼ੋਨਾ ਦੇ ਰੇਗਿਸਤਾਨ ਨੂੰ ਵਿੱਚ ਦੀ ਲੰਘਦਿਆਂ ਬਹੁਤ ਵਾਰੀ ਕਈ ਮੁੰਡੇ ਤੇ ਛੋਟੇ-ਛੋਟੇ ਬੱਚਿਆਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ ਆ। ਇਸ ਸਫ਼ਰ ਦੇ ਅਖੀਰਲੇ ਪੜਾਅ ਦੇ ਉੱਪਰ ਪਹੁੰਚ ਕੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ। ਕਈ ਵਾਰ ਤਾਂ ਮਾਪਿਆਂ ਦੇ ਸਾਹਮਣੇ ਉਹਨਾਂ ਦੀ ਔਲਾਦ ਪਾਣੀ ਤੋਂ ਧਿਆਈ ਵਿਲਕ ਕੇ ਮਰ ਜਾਂਦੀ ਆ ਤੇ ਉਹਨਾਂ ਮਾਪਿਆਂ ਨੂੰ ਮਜਬੂਰਨ ਆਪਣੀ ਔਲਾਦ ਨੂੰ ਉਸ ਤਪਦੇ ਰੇਗਿਸਤਾਨ ਵਿੱਚ ਛੱਡ ਕੇ ਅੱਗੇ ਜਾਣਾ ਪੈਂਦਾ ਆ। ਭਲਾ ਉਸ ਸੁੱਖ ਨੂੰ ਵੀ ਕੀ ਕਰਨਾ ਜਿਹਦੀ ਉਸਾਰੀ ਥੱਲੇ ਕਿਸੇ ਬੇਗੁਨਾਹ ਦੀ ਲਾਸ਼ ਨੂੰ ਦਫਨ ਕੀਤਾ ਗਿਆ ਹੋਵੇ। ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਣ ਲਈ ਸਾਰੇ ਕਾਹਲੇ ਪੈ ਰਹੇ ਸੀ। ਡੌਂਕਰ ਸਾਰੇ ਮੁੰਡਿਆਂ ਨੂੰ ਆਪਣੇ ਨਾਲ ਲੈ ਕੇ ਟੈਕਸਸ ਦੇ ਬਾਰਡਰ ਵੱਲ ਨੂੰ ਵਧਣ ਲੱਗੇ। ਜਾਂਦੇ ਹੋਏ ਡੌਂਕਰ ਮੁੰਡਿਆਂ ਨੂੰ ਹੌਸਲਾ ਦੇ ਰਿਹਾ ਸੀ ਕਿ ਤੁਹਾਨੂੰ ਅੱਜ ਬਾਰਡਰ ਪਾਰ ਕਰਾ ਕੇ ਅਮਰੀਕਾ ਵਿੱਚ ਦਾਖਲ ਕਰ ਦੇਣਾ ਆ। ਇਹ ਗੱਲ ਸੁਣ ਕੇ ਸਾਰਿਆਂ ਦੇ ਚਿਹਰੇ ਗੁਲਾਬ ਦੇ ਵਾਂਗੂ ਖਿੜੇ ਹੋਏ ਸੀ। ਜਦੋਂ ਪਹਿਲੇ ਦਿਨ ਟੈਕਸਸ ਦੇ ਬਾਰਡਰ ਵੱਲ ਸਾਰਾ ਕਾਫਲਾ ਵਧਣ ਲੱਗਾ ਤਾਂ ਬਾਰਡਰ ਦੇ ਉਸ ਪਾਰ ਆਰਮੀ ਦਾ ਵਧੇਰੇ ਕੰਟਰੋਲ ਹੋਣ ਕਰਕੇ ਸਭ ਨੂੰ ਵਾਪਸ ਮੁੜਨਾ ਪਿਆ। ਕੁਝ ਚਿਰ ਪਹਿਲਾਂ ਜਿਹੜੇ ਚਿਹਰੇ ਗੁਲਾਬ ਵਾਂਗੂ ਖਿੜੇ ਹੋਏ ਸੀ ਉਹ ਫਿਰ ਟੁੱਟੇ ਫੁੱਲ ਵਾਂਗੂ ਮੁਰਝਾ ਗਏ। ਦੀਪ ਹੋਰਾਂ ਦੇ ਦਿਲ ਵਿੱਚ ਵਾਰ-ਵਾਰ ਇੱਕੋ ਹੀ ਖਿਆਲ ਆਉਂਦਾ ਕਿ ਸਾਨੂੰ ਹੀ ਕਿਉਂ ਵਾਪਸ ਮੁੜਨਾ ਪਿਆ, ਪਰ ਇਸ ਕਿਉਂ ਦਾ ਜਵਾਬ ਕਿਸੇ ਕੋਲ ਨਹੀਂ ਸੀ। ਦੀਪ ਹੋਰੀ ਇਹ ਨਹੀਂ ਜਾਣਦੇ ਸੀ ਕਿ ਉਹਨਾਂ ਤੋਂ ਪਹਿਲਾਂ ਜਾਣ ਵਾਲੇ ਮੁੰਡੇ ਜਾਂ ਫਿਰ ਉਹਨਾਂ ਤੋਂ ਬਾਅਦ ਵਿੱਚ ਆਉਣ ਵਾਲਿਆਂ ਨੂੰ ਇਸ ਤੋਂ ਵੀ ਬਹੁਤੇ ਦੁੱਖ ਸਹਿਣੇ ਪਏ ਹੋਣਗੇ। ਡੌਂਕਰ ਹਰ ਰੋਜ਼ ਲਗਾਤਾਰ ਸਾਰਿਆਂ ਨੂੰ ਅਮਰੀਕਾ ਦੇ ਟੈਕਸਸ ਬਾਰਡਰ ਵੱਲ ਲੈ ਕੇ ਜਾਂਦੇ ਰਹੇ, ਪਰ ਹਰ ਵਾਰ ਨਿਰਾਸ਼ਾ ਦਾ ਮੂੰਹ ਹੀ ਵੇਖਣਾ ਪੈਂਦਾ। ਡੌਂਕਰਾਂ ਨੂੰ ਕੋਈ ਬਹੁਤਾ ਫਰਕ ਨਹੀਂ ਸੀ ਪੈਂਦਾ ਕਿਉਂਕਿ ਉਹਨਾਂ ਦਾ ਤਾਂ ਹਰ ਰੋਜ਼ ਦਾ ਇਹੋ ਹੀ ਕੰਮ ਹੁੰਦਾ ਸੀ। ਉਹ ਚੰਗੀ ਤਰ੍ਹਾਂ ਨਾਲ ਜਾਣਦੇ ਸੀ ਕਿ ਬਾਰਡਰ ਦੇ ਉਸ ਪਾਰ ਜਾਣ ਲਈ ਕਈ ਵਾਰ ਵਾਪਸ ਮੁੜਨਾ ਪੈਂਦਾ ਆ, ਪਰ ਦੀਪ ਹੋਰੀ ਇਸ ਤਰ੍ਹਾਂ ਵਾਪਸ ਮੁੜਨ ਦੇ ਬਹੁਤੇ ਦੁਖੀ ਹੁੰਦੇ ਸੀ। ਹਰ ਵਾਰ ਦੀ ਤਰ੍ਹਾਂ ਫਿਰ 5ਵੇਂ ਦਿਨ ਡੌਂਕਰ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਟੈਕਸਸ ਦੇ ਬਾਰਡਰ ਵੱਲ ਨੂੰ ਜਾਣ ਲੱਗੇ ਸੀ। ਬਾਰਡਰ ਉੱਪਰ ਪਹੁੰਚਦੇ ਹੀ ਡੌਂਕਰਾਂ ਨੂੰ ਹਰੀ ਝੰਡੀ ਮਿਲ ਗਈ ਸੀ। ਇਹਨਾਂ ਦੋਵਾਂ ਮੁਲਕਾਂ ਦੇ ਵਿਚਕਾਰ ਇੱਕ ਨਦੀ ਪੈਂਦੀ ਆ। ਇਸ ਨਦੀ ਦੇ ਇੱਕ ਪਾਸੇ ਮੈਕਸੀਕੋ ਤੇ ਦੂਜੇ ਪਾਸੇ ਅਮਰੀਕਾ ਆ। ਜਿਵੇਂ ਸੁਣਿਆ ਆ ਕਿ ਅਮਰੀਕਾ ਵਿੱਚ ਦਾਖਲ ਹੋਣ ਲਈ ਮੈਕਸੀਕੋ ਵਾਲੀ ਕੰਧ ਟੱਪ ਕੇ ਜਾਣਾ ਪੈਂਦਾ ਆ, ਇਹ ਵੀ ਇੱਕ ਸੱਚ ਆ। ਤੇ ਇਹਦੀ ਦੂਜੀ ਸੱਚਾਈ ਇਹ ਵੀ ਆ ਕਿ ਸਾਰੇ ਬਾਰਡਰ ਉੱਪਰ ਕੰਧ ਨਹੀਂ ਬਣੀ ਹੋਈ। ਕੁਝ ਕੁ ਹਿੱਸੇ ਵਿੱਚ ਕੰਧ ਆ ਤੇ ਬਾਕੀ ਜ਼ਿਆਦਾਤਰ ਹਿੱਸਾ ਨਦੀ ਜਾਂ ਮੈਦਾਨੀ ਇਲਾਕਾ ਹੀ ਪੈਂਦਾ ਆ। ਹਰ ਡੌਂਕਰ ਦੇ ਕੰਮ ਕਰਨ ਦਾ ਵੱਖਰਾ ਤਰੀਕਾ ਹੁੰਦਾ ਆ। ਕਈ ਡੌਂਕਰ ਤਾਂ ਕੰਧ ਟਿਪਾ ਕੇ ਲਿਊਕਵਿਲੇ ਤੋਂ ਅਮਰੀਕਾ ਵਿੱਚ ਦਾਖਲ ਕਰਵਾਉਂਦੇ ਆ ਤੇ ਕਈ ਡੌਂਕਰ ਨਦੀ ਰਾਹੀਂ ਦੂਜੇ ਪਾਰ ਭੇਜਦੇ ਆ। ਡੌਂਕਰਾਂ ਨੂੰ ਬਾਰਡਰ ਵੱਲੋਂ ਹਰੀ ਝੰਡੀ ਮਿਲਦੀਆਂ ਤਿਆਰੀਆਂ ਜ਼ੋਰਾਂ ਨਾਲ ਹੋਣ ਲੱਗੀਆਂ ਸੀ। ਜੰਗਲ ਵਿੱਚੋਂ ਦੀ ਹੁੰਦੇ ਹੋਏ ਹਵਾ ਦੀ ਤੇਜ਼ ਰਫ਼ਤਾਰ ਵਾਂਗੂ ਦਰਖਤਾਂ ਨੂੰ ਚੀਰਦੇ ਹੋਏ ਗੱਡੀਆਂ ਰੀਓ ਗਰਨਾਡੇ ਨਦੀ ਦੇ ਕਿਨਾਰੇ ਵੱਲ ਨੂੰ ਵਧਣ ਲੱਗੀਆਂ ਸੀ। ਡੌਂਕਰਾਂ ਦੇ 2-3 ਸਾਥੀ ਪਹਿਲਾਂ ਹੀ ਬਾਰਡਰ ਦੇ ਉੱਪਰ ਆਪਣੀ ਨਿਗਾਹ ਟਿਕਾਈ ਬੈਠੇ ਸੀ। ਡੌਂਕਰਾਂ ਦੇ ਸਾਥੀਆਂ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਬਾਰਡਰ ਸਾਫ਼ ਹੋਣ ਦਾ ਦੱਸਿਆ ਸੀ। ਡੌਂਕਰਾਂ ਨੇ ਬਾਰਡਰ ਉੱਪਰ ਪਹਿਲਾਂ ਹੀ ਨਦੀ ਦੇ ਨੇੜੇ-ਤੇੜੇ ਜੰਗਲ ਦੇ ਵਿੱਚ ਟਿਊਬਾਂ ਵਾਲੀ ਬੋਟ ਦਾ ਪ੍ਰਬੰਧ ਕੀਤਾ ਹੋਇਆ ਸੀ। ਜਦੋਂ ਸਾਰੇ ਜਣੇ ਨਦੀ ਕਿਨਾਰੇ ਪਹੁੰਚੇ ਤਾਂ ਉੱਥੇ ਖੜੇ ਡੌਂਕਰਾਂ ਦੇ ਸਾਥੀਆਂ ਨੇ ਗੋਲੀ ਦੀ ਗਤੀ ਵਾਂਗੂ ਤੇਜ਼ ਜੰਗਲ ਵਿੱਚੋਂ ਟਿਊਬਾਂ ਵਾਲੀ ਬੋਟ ਨੂੰ ਬਾਹਰ ਕੱਢ ਕੇ ਫਿਰ ਉਹਦੇ ਵਿੱਚ ਹਵਾ ਭਰੀ ਤੇ ਬੋਟ ਨੂੰ ਪਾਣੀ ਵਿੱਚ ਉਤਾਰ ਦਿੱਤਾ ਗਿਆ। ਡੌਂਕਰਾਂ ਨੇ ਅੱਖ ਫੜਕਣ ਦੇ ਇਸ਼ਾਰੇ ਨਾਲ ਛੇਤੀ ਸਾਰੇ ਮੁੰਡਿਆਂ ਨੂੰ ਬੋਟ ਵਿੱਚ ਚੜਾ ਦਿੱਤਾ ਤੇ ਬੋਟ ਪਾਣੀ ਦੀ ਹਿੱਕ ਉੱਤੇ ਮੇਲਦੀ ਹੋਈ ਅੱਗੇ ਟੈਕਸਸ ਬਾਰਡਰ ਵੱਲ ਨੂੰ ਵਧਣ ਲੱਗੀ। ਬੋਟ ਵਿੱਚ ਨਾਲ ਜਾਣ ਲਈ ਸਿਰਫ 2 ਹੀ ਡੌਂਕਰ ਗਏ ਸੀ। ਬਾਕੀ ਉਹਨਾਂ ਦੇ ਸਾਥੀ ਰੀਓ ਗਰਨਾਡੇ ਨਦੀ ਦੇ ਕਿਨਾਰੇ ਜੰਗਲ ਦੇ ਵਿੱਚ ਰੁਕ ਕੇ ਬੋਟ ਦੀ ਵਾਪਸੀ ਦਾ ਇੰਤਜ਼ਾਰ ਕਰਨ ਲੱਗੇ ਸੀ। ਰੀਓ ਗਰਨਾਡੇ ਨਦੀ ਅੱਧੀ ਕੋ ਮੈਕਸੀਕੋ ਦਾ ਹਿੱਸਾ ਆ ਤੇ ਅੱਧੀ ਕੋ ਅਮਰੀਕਾ ਦਾ ਹਿੱਸਾ ਆ। ਇਹ ਨਦੀ ਕਿਤੋਂ ਮੈਕਸੀਕੋ ਦਾ ਜ਼ਿਆਦਾ ਹਿੱਸਾ ਬਣ ਜਾਂਦੀ ਤੇ ਕਦੀ ਅਮਰੀਕਾ ਦਾ। ਇਸ ਨਦੀ ਦਾ ਆਕਾਰ ਇੱਕ ਵਿਸ਼ਕੋਲ ਦੇ ਜ਼ਹਿਰੀਲੇ ਸੱਪ ਵਾਂਗੂ ਆ। ਇਸ ਨਦੀ ਦੇ ਕਿਨਾਰੇ ਹਰ ਵਕਤ ਆਰਮੀ ਦੀਆਂ ਗੱਡੀਆਂ ਗਸ਼ਤ ਕਰਦੀਆਂ ਹੀ ਰਹਿੰਦੀਆਂ ਆ। ਮੈਕਸੀਕੋ ਵਾਲੇ ਪਾਸੇ ਕੋਈ ਬਹੁਤੀ ਚੈਕਿੰਗ ਨਹੀਂ ਆ, ਪਰ ਅਮਰੀਕਾ ਵਾਲੇ ਪਾਸੇ ਤਾਂ ਗੱਡੀਆਂ ਘੁੰਮਦੀਆਂ ਹੀ ਰਹਿੰਦੀਆਂ ਆ। ਸਾਰੇ ਜਣੇ ਬੋਟ ਵਿੱਚ ਬੜੇ ਹੀ ਸਹਿਮੇ ਬੈਠੇ ਸੀ। ਇਸ ਨਦੀ ਦੇ ਦੂਜੇ ਪਾਰ ਮਿੱਥੀ ਹੋਈ ਮੰਜ਼ਲ ਬਾਹਾਂ ਖਿਲਾਰ ਕੇ ਸਭ ਦਾ ਇੰਤਜ਼ਾਰ ਕਰ ਰਹੀ ਸੀ। ਸਭਨਾਂ ਦੇ ਮਨ ਵਿੱਚ ਇੱਕ ਡਰ ਜ਼ਰੂਰ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ, ਸਹੀ ਸਲਾਮਤ ਦੂਜੇ ਕਿਨਾਰੇ ਪਹੁੰਚਣਾ ਹੈ ਜਾਂ ਨਹੀਂ।
ਕੀ ਇਹ ਬੋਟ ਸਹੀ ਸਲਾਮਤ ਉਸ ਪਾਰ ਪਹੁੰਚ ਜਾਏਗੀ? ਜੇਕਰ ਪੁਲਿਸ ਨੇ ਫੜ ਲਿਆ ਤਾਂ ਫਿਰ ਕੀ ਬਣੂਗਾ? ਇੱਥੇ ਰੱਖਣਗੇ ਜਾਂ ਫਿਰ ਵਾਪਸ ਮੈਕਸੀਕੋ ਭੇਜ ਦੇਣਗੇ? ਇਸ ਤਰ੍ਹਾਂ ਦੇ ਭੈੜੇ ਖਿਆਲ ਮਨ ਵਿੱਚ ਆਉਂਦੇ ਰਹੇ। ਮਨ ਹੀ ਮਨ ਸਾਰੇ ਜਣੇ ਪਰਮਾਤਮਾ ਦਾ ਨਾਮ ਧਿਆਉਣ ਲੱਗੇ ਸੀ ਤੇ ਅਰਜ਼ ਕਰ ਰਹੇ ਸੀ, ਹੇ ਸੱਚੇ ਪਾਤਸ਼ਾਹ, ਤੂੰ ਸਭ ਨੂੰ ਸਹੀ ਸਲਾਮਤ ਦੂਜੇ ਕਿਨਾਰੇ ਪਹੁੰਚਾ ਦੇ, ਕਿਤੇ ਰਾਹ ਵਿੱਚ ਡੋਬ ਨਾ ਦੇ। ਉਸ ਪਰ ਜ਼ਿੰਦਗੀ ਸਾਡਾ ਇੰਤਜ਼ਾਰ ਕਰ ਰਹੀ ਆ। ਸਾਰੇ ਰਾਹ ਵਿੱਚ ਬਹੁਤ ਦੁੱਖ ਤਕਲੀਫਾਂ ਝੱਲੇ ਆ, ਪਰ ਤੇਰੇ ਨਾਲ ਕਦੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ। ਬਸ ਹੁਣ ਮਿਹਰ ਦਾ ਹੱਥ ਸਾਡੇ ਉੱਪਰ ਬਣਾਈ ਰੱਖੀ। ਬੜੀਆਂ ਔਖੀਆਂ ਰਾਹਾਂ ਨੇ ਇਸ ਮੰਜ਼ਿਲ ਦੀਆਂ। ਵੇਖੀ ਕਿਤੇ ਮਾਲਕਾ ਸਾਨੂੰ ਕਿਨਾਰੇ ਲਿਆ ਕੇ ਡੋਬ ਹੀ ਨਾ ਦੇਈਂ। ਕਹਿੰਦੇ ਨੇ ਕਦੀ ਪਰਮਾਤਮਾ ਵੀ ਬੰਦੇ ਦੀ ਸੱਚੇ ਦਿਲੋਂ ਕੀਤੀ ਅਰਦਾਸ ਨੇੜੇ ਹੋ ਕੇ ਸੁਣ ਲੈਂਦਾ ਆ। ਚਲਦਿਆਂ ਡੌਂਕਰਾਂ ਨੇ ਬੋਟ ਨੂੰ ਅੱਧਾ ਕੁ ਘੰਟਾ ਰਿਓ ਗਰਨ ਦੇ ਨਦੀ ਦੇ ਵਿਚਕਾਰ ਹੀ ਰੋਕ ਲਿਆ, ਪਰ ਕਿਸੇ ਨੇ ਮੂੰਹੋਂ ਕੁਝ ਨਹੀਂ ਬੋਲ ਕੇ ਦੱਸਿਆ ਕਿ ਕਿਉਂ ਬੋਟ ਰੋਕੀ ਆ। ਅੱਧਾ ਕੁ ਘੰਟਾ ਰੁਕਣ ਤੋਂ ਬਾਅਦ ਬੋਟ ਨੂੰ ਪੂਰੀ ਤੇਜ਼ੀ ਦੇ ਨਾਲ ਕਿਨਾਰੇ ਵੱਲ ਭਜਾਇਆ ਗਿਆ। ਜਿੰਨਾ ਕੁ ਚਿਰ ਬੋਟ ਨੂੰ ਨਦੀ ਵਿੱਚ ਰੋਕ ਕੇ ਰੱਖਿਆ ਗਿਆ ਸੀ, ਉਸ ਵਕਤ ਨਦੀ ਦੇ ਅਮਰੀਕਾ ਵਾਲੇ ਪਾਸੇ ਆਰਮੀ ਦੀ ਗੱਡੀ ਗਸ਼ਤ ਕਰ ਰਹੀ ਸੀ। ਤੇਜ਼ ਰਫ਼ਤਾਰ ਵਿੱਚ ਜਾਂਦਿਆਂ ਬੋਟ ਛੇਤੀ ਹੀ ਦੂਜੇ ਕਿਨਾਰੇ ਜਾ ਲੱਗੀ। ਬੋਟ ਵਿੱਚੋਂ ਸਾਰਿਆਂ ਨੂੰ ਛੇਤੀ ਬਾਹੋਂ ਫੜ ਕੇ ਬਾਹਰ ਕਿਨਾਰੇ ਉੱਪਰ ਛੱਡ ਕੇ ਡੌਂਕਰ ਹੱਥ ਨਾਲ ਬਾਏ ਕਰਦੇ ਰਿਓ ਗਰਨ ਦੇ ਨਦੀ ਦੇ ਵਿੱਚੋਂ ਦੀ ਮੈਕਸੀਕੋ ਨੂੰ ਆਪਣੇ ਅਗਲੇ ਮੁਸਾਫਰਾਂ ਨੂੰ ਲੈਣ ਲਈ ਵਾਪਸ ਚਲੇ ਗਏ। ਹੁਣ ਦੀਪ ਹੁਰਾਂ ਵਾਲਾ ਸਾਰਾ ਕਾਫਲਾ ਟੈਕਸਸ ਦਾ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋ ਚੁੱਕਾ ਸੀ। ਅਮਰੀਕਾ ਦੀ ਧਰਤੀ ਉੱਪਰ ਸਭ ਨੇ ਪੈਰ ਰੱਖਦੇ ਹੀ ਪਰਮਾਤਮਾ ਦਾ ਸ਼ੁਕਰ ਕੀਤਾ। ਸਾਰੇ ਜਣੇ ਇੰਜ ਮਹਿਸੂਸ ਕਰ ਰਹੇ ਸੀ ਜਿਵੇਂ ਉਹਨਾਂ ਨੇ ਕੋਈ ਮੋਰਚਾ ਹੀ ਫਤਿਹ ਕਰ ਲਿਆ ਹੋਵੇ। ਦੇਖਿਆ ਜਾਏ ਤਾਂ ਇਹ ਸਫ਼ਰ ਵੀ ਕਿਸੇ ਜੰਗ ਦੇ ਮੈਦਾਨ ਨਾਲੋਂ ਘੱਟ ਨਹੀਂ ਸੀ, ਕਿਉਂਕਿ ਜੰਗ ਦੇ ਮੈਦਾਨ ਵਿੱਚੋਂ ਵੀ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਜਿਉਂਦਾ ਵਾਪਸ ਜਾਏਗਾ ਕਿ ਨਹੀਂ, ਤੇ ਇਹ ਸਫ਼ਰ ਵੀ ਕੁਝ ਇਹੋ ਜਿਹਾ ਹੀ ਸੀ। ਲੋ ਬਈ ਸਾਈਂ, ਆਪਾਂ ਖੁਦਾ ਦੀ ਰਹਿਮਤ ਨਾਲ ਅਮਰੀਕਾ ਪਹੁੰਚ ਗਏ, ਹੱਸਦਿਆਂ ਹੋਇਆ ਅਨਵਰ ਕਹਿਣ ਲੱਗਾ ਸੀ। ਇੱਥੋਂ ਤੱਕ ਪਹੁੰਚਣ ਲਈ ਬੜੇ ਖੱਜਲ ਖਵਾਰ ਹੋਏ ਆ, ਲਾਲੀ ਨੇ ਹੌਲੀ ਜਿਹਾ ਆਖਿਆ। ਹੁਣ ਰਾਹ ਦੇ ਸਾਰੇ ਦੁੱਖ ਤਕਲੀਫਾਂ ਭੁੱਲ ਜਾਣਗੇ। ਹੁਣ ਇੱਥੇ ਰੁਕ ਕੇ ਗੱਲਾਂ ਕਰਨ ਦਾ ਸਮਾਂ ਨਹੀਂ ਹੈਗਾ। ਇਹ ਬਾਰਡਰ ਦਾ ਏਰੀਆ, ਹਰ ਵੇਲੇ ਪੁਲਿਸ ਘੁੰਮਦੀ ਰਹਿੰਦੀ ਆ, ਆਪਾਂ ਨੂੰ ਇੱਥੋਂ ਖਿਸਕਣਾ ਚਾਹੀਦਾ, ਲਾਲੀ ਨੇ ਬੜੀ ਸਿਆਣਪ ਵਰਤਦਿਆਂ ਸਭ ਨੂੰ ਸਮਝਾਇਆ। ਦੀਪ ਹੋਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਪਰ ਮਨ ਵਿੱਚ ਅਜੇ ਵੀ ਕਿਤੇ ਨਾ ਕਿਤੇ ਡਰ ਆਪਣਾ ਘਰ ਬਣਾਈ ਬੈਠਾ ਸੀ। ਅੱਜ ਉਹਨਾਂ ਦੀ ਕੀਤੀ ਤਪੱਸਿਆ ਨੂੰ ਬੂਰ ਪੈਣ ਲੱਗਾ ਸੀ। ਉੱਥੇ ਨਦੀ ਦੇ ਕਿਨਾਰੇ ਖੜੇ ਦੀਪ ਨੇ ਆਪਣੇ ਮਨ ਨੂੰ ਸਾਰੇ ਡਰ ਭੁਲਾ ਕੇ ਉੱਚੀ ਆਵਾਜ਼ ਵਿੱਚ ਹੱਥ ਉੱਪਰ ਨੂੰ ਕਰਦੇ ਹੋਏ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡਿਆ, ਤੇ ਉਹਦੇ ਜੈਕਾਰਿਆਂ ਮਗਰ ਹੀ ਸਾਰਿਆਂ ਨੇ ਸਤਿ ਸ਼੍ਰੀ ਅਕਾਲ ਨਾਲ ਆਪਣੇ ਹੱਥ ਉੱਪਰ ਨੂੰ ਕੀਤੇ। ਇਸ ਵਾਰੀ 5 ਵਾਰ ਜੈਕਾਰੇ ਬੁਲਾਏ ਗਏ। ਇਹਨਾਂ 5 ਜੈਕਾਰਿਆਂ ਨੇ ਦੀਪ ਹੋਰਾਂ ਵਿੱਚ ਮੁੜ ਜਾਣ ਤੇ ਹਿੰਮਤ ਭਰ ਦਿੱਤੀ। ਇਹਨਾਂ 5 ਜੈਕਾਰਿਆਂ ਤੋਂ ਬਾਅਦ ਇੱਕ ਵਾਰੀ ਤਾਂ ਸਾਰਿਆਂ ਨੂੰ ਪਿਛਲੀਆਂ ਦੁੱਖ ਤਕਲੀਫਾਂ ਮਨੋਂ ਭੁੱਲ ਹੀ ਗਈਆਂ ਸੀ। ਕੁਝ ਚਿਰ ਨਦੀ ਦੇ ਕਿਨਾਰੇ ਖੜੇ ਰਹਿਣ ਮਗਰੋਂ ਸਾਰੇ ਜਣੇ ਕਾਫਲਾ ਬਣਾਈ ਜੰਗਲ ਵਿੱਚੋਂ ਦੀ ਅੱਗੇ ਨੂੰ ਤੁਰਨ ਲੱਗੇ ਸੀ। ਥੋੜਾ ਕੁ ਚਿਰ ਜੰਗਲ ਵਿੱਚ ਤੁਰਨ ਤੋਂ ਬਾਅਦ ਮੈਦਾਨੀ ਇਲਾਕਾ ਆ ਗਿਆ। ਇਸ ਇਲਾਕੇ ਵਿੱਚ ਬਹੁਤ ਹੀ ਛਿੱਤਰ ਖੋਹ ਦੇ ਛੋਟੇ ਮੋਟੇ ਬੂਟੇ ਹੁੰਦੇ ਆ, ਜਿਨ੍ਹਾਂ ਕਰਕੇ ਨੰਗੇ ਪੈਰੀ ਤੁਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਆ। ਇਹ ਛਿੱਤਰ ਖੋਹ ਦੇ ਕੰਡਿਆਂ ਦੇ ਨਾਲ ਪੈਰ ਲਹੂ ਲੁਹਾਨ ਹੋ ਜਾਂਦੇ ਆ। ਇੱਥੋਂ ਤੱਕ ਦੇ ਸਫ਼ਰ ਵਿੱਚ ਤਕਰੀਬਨ ਹੁਣ ਤੱਕ ਸਭਨਾਂ ਦੇ ਹੀ ਬੂਟ ਟੁੱਟ ਚੁੱਕੇ ਸੀ। ਜੇਕਰ ਕਿਸੇ ਦੇ ਪੈਰੀ ਬੂਟ ਸੀ ਤਾਂ ਉਹ ਵੀ ਥਾਂ ਤੋਂ ਟੁੱਟੇ ਹੋਏ। ਇਸ ਕਰਕੇ ਛਿੱਤਰ ਖੋਹ ਦੇ ਕੰਡੇ ਬੜੇ ਆਰਾਮ ਨਾਲ ਪੈਰਾਂ ਤੱਕ ਪਹੁੰਚ ਸਕਦੇ ਸੀ। ਸਾਰੇ ਜਣੇ ਲਹੂ ਲਹਾਨ ਹੋਏ ਪੈਰਾਂ ਨਾਲ ਭੁੱਖੇ ਢਿੱਡ ਅੱਗੇ ਨੂੰ ਵਧਦੇ ਜਾ ਰਹੇ ਸੀ। ਇਸ ਛਿੱਤਰ ਖੋਹ ਮੈਦਾਨੀ ਇਲਾਕੇ ਵਿੱਚ ਤੁਰਦਿਆਂ ਜਿੱਦੇ ਉਹ ਘੰਟਾ ਹੀ ਹੋਇਆ ਹੋਣਾ ਆ ਕਿ ਅਮਰੀਕਾ ਦੀ ਪੁਲਿਸ ਦੀਆਂ 2 ਗੱਡੀਆਂ ਨੇ ਆਣ ਕੇ ਉਹਨਾਂ ਨੂੰ ਘੇਰ ਲਿਆ। ਪੁਲਿਸ ਦੇ ਇੱਕ ਅਫਸਰ ਨੇ ਸਭ ਨੂੰ ਵੈਲਕਮ ਟੂ ਅਮਰੀਕਾ ਕਿਹਾ। ਪੁਲਿਸ ਵਾਲੇ ਚੰਗੀ ਤਰ੍ਹਾਂ ਨਾਲ ਜਾਣਦੇ ਸੀ ਕਿ ਇਹ ਲੋਕ ਕੌਣ ਆ ਤੇ ਕਿੱਥੋਂ ਆਏ ਆ ਤੇ ਕਿਉਂ ਆਏ ਆ, ਕਿਉਂਕਿ ਉਹਨਾਂ ਦਾ ਹਰ ਰੋਜ਼ ਇਹੋ ਜਿਹੇ ਲੋਕਾਂ ਦੇ ਨਾਲ ਵਾਹ ਪੈਂਦਾ ਹੀ ਰਹਿੰਦਾ ਸੀ। ਇਸ ਤਰ੍ਹਾਂ ਇਹ ਸਾਰਾ ਕਾਫਲਾ ਅਮਰੀਕਾ ਦੀ ਧਰਤੀ ਉੱਪਰ ਮਕਾਲੈਲ ਦੇ ਇਲਾਕੇ ਵਿੱਚ ਅਮਰੀਕੀ ਪੁਲਿਸ ਦੇ ਹੱਥੇ ਚੜ੍ਹ ਗਿਆ। ਅਮਰੀਕਨ ਪੁਲਿਸ ਨੇ ਸਾਰੇ ਕਾਫਲੇ ਨੂੰ ਘੇਰਾ ਪਾ ਲਿਆ ਤੇ ਨਾਲ ਹੀ ਸਾਰਿਆਂ ਨੂੰ ਹੇਠਾਂ ਬਹਿਣ ਲਈ ਆਖ ਦਿੱਤਾ। ਸਾਰੇ ਜਣੇ ਬੇਫਿਕਰ ਹੋ ਮਨ ਵਿੱਚ ਬਿਨਾਂ ਕਿਸੇ ਡਰ ਤੋਂ ਚੁੱਪਚਾਪ ਜ਼ਮੀਨ ਦੇ ਉੱਪਰ ਬਹਿ ਗਏ ਸੀ। ਇੱਕ ਪੁਲਿਸ ਵਾਲੇ ਨੇ ਫੋਨ ਕਰਕੇ ਹੋਰ ਪੁਲਿਸ ਦੇ ਨਾਲ ਹੀ ਇੱਕ ਬੱਸ ਵੀ ਉੱਥੇ ਸੱਦ ਲਈ ਸੀ। ਉੱਥੇ ਹੀ ਬੈਠਿਆਂ ਤੋਂ ਸਭ ਦਾ ਨਾਮ ਤੇ ਘਰ ਦਾ ਐਡਰੈਸ ਪੁੱਛਣ ਦੀ ਕਾਰਵਾਈ ਸ਼ੁਰੂ ਹੋ ਗਈ ਸੀ। ਹਰ ਇੱਕ ਨੇ ਆਪਣਾ ਨਾਮ ਪਤਾ ਦੱਸਣਾ ਸ਼ੁਰੂ ਕਰ ਦਿੱਤਾ। ਇੱਥੇ ਕਿਸੇ ਨੇ ਆਪਣਾ ਨਾਮ ਪਤਾ ਸਹੀ ਲਿਖਾ ਦਿੱਤਾ ਤੇ ਕਿਸੇ ਨੇ ਗਲਤ। ਇੱਕ ਪੁਲਿਸ ਵਾਲਾ ਇਹ ਸਾਰੀ ਕਾਰਵਾਈ ਕਰ ਰਿਹਾ ਸੀ। ਕੁਝ ਕੁ ਮਿੰਟਾਂ ਵਿੱਚ ਹੀ ਉੱਥੇ ਹੋਰ ਪੁਲਿਸ ਪਹੁੰਚ ਗਈ ਤੇ ਇੱਕ ਨਾਲ ਵੱਡੀ ਬੱਸ ਵੀ ਆ ਗਈ ਸੀ। ਸਾਰੇ ਕਾਫਲੇ ਨੂੰ ਬੱਸ ਵਿੱਚ ਬਿਠਾ ਕੇ ਕੈਂਪ ਵਿੱਚ ਲਿਜਾਇਆ ਗਿਆ। ਜਦੋਂ ਵੀ ਕਿਤੇ ਅਮਰੀਕਾ ਜਾਣ ਬਾਰੇ ਗੱਲ ਹੁੰਦੀ ਹੈ ਤਾਂ ਇਹ ਕਿਹਾ ਜਾਂਦਾ ਆ ਕਿ ਸਾਡਾ ਮੁੰਡਾ ਅੱਜ ਅਮਰੀਕਾ ਦੇ ਕੈਂਪ ਵਿੱਚ ਪਹੁੰਚ ਗਿਆ ਆ, ਜਾਂ ਫਿਰ ਇਹ ਕਿ ਫਲਾਣੇ ਦਾ ਮੁੰਡਾ ਅਮਰੀਕਾ ਦੇ ਕੈਂਪ ਵਿੱਚ ਪਹੁੰਚ ਚੁੱਕਾ ਆ। ਦਰਅਸਲ ਇਹ ਕੋਈ ਕੈਂਪ ਹੈ ਨਹੀਂ ਆ, ਸਗੋਂ ਇਹ ਜੇਲ੍ਹ ਹੁੰਦੀ ਆ। ਜਿਵੇਂ ਕਿਸੇ ਦੋਸ਼ੀ ਨੂੰ ਫੜ ਕੇ ਜੇਲ੍ਹ ਵਿੱਚ ਡੱਕਿਆ ਜਾਂਦਾ ਆ, ਠੀਕ ਉਸੇ ਤਰ੍ਹਾਂ ਅਮਰੀਕਾ ਵਿੱਚ ਚੋਰੀ ਛਿਪੇ ਦਾਖਲ ਹੋਣ ਵਾਲਿਆਂ ਨੂੰ ਵੀ ਫੜ ਕੇ ਇਹਨਾਂ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਆ। ਪਰ ਪਤਾ ਨਹੀਂ ਕਿਉਂ ਲੋਕਾਂ ਨੇ ਜੇਲ੍ਹ ਨੂੰ ਕੈਂਪ ਦਾ ਨਾਮ ਦਿੱਤਾ ਆ। ਜੇਲ੍ਹ ਦਾ ਨਾਂ ਲੈਂਦਿਆਂ ਉਹਨਾਂ ਨੂੰ ਸ਼ਰਮ ਆਉਂਦੀ ਹੋਏਗੀ ਸ਼ਾਇਦ।
ਇਸ ਜੇਲ੍ਹ ਦਾ ਨਾਮ ਪੋਰਟ ਇਸਾਬੇਲ ਆ। ਇਸ ਜੇਲ੍ਹ ਵਿੱਚ ਪਹਿਲਾਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮੁੰਡੇ ਕੁੜੀਆਂ ਬੈਠੇ ਸੀ। ਇਸ ਜੇਲ੍ਹ ਵਿੱਚ ਮੁੰਡਿਆਂ ਨੂੰ ਇੱਕ ਪਾਸੇ ਤੇ ਕੁੜੀਆਂ ਨੂੰ ਦੂਜੇ ਪਾਸੇ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਫੈਮਿਲੀ ਵਾਲਿਆਂ ਨੂੰ ਜੇਲ੍ਹ ਦੇ ਹੋਰ ਪਾਸੇ ਰੱਖਿਆ ਜਾਂਦਾ ਹੈ। ਇੱਥੇ ਇੱਕ ਕਮਰੇ ਵਿੱਚ 50-60 ਮੁੰਡਿਆਂ ਨੂੰ ਇਕੱਠੇ ਰੱਖਦੇ ਆ। ਇਸ ਜੇਲ੍ਹ ਵਿੱਚ ਹਰ ਆਉਣ ਵਾਲੇ ਦੀ ਪਹਿਲਾਂ ਡਾਕਟਰੀ ਜਾਂਚ ਕੀਤੀ ਜਾਂਦੀ ਆ ਤੇ ਬਾਕੀ ਸਾਰੀ ਕਾਰਵਾਈ ਬਾਅਦ ਵਿੱਚ ਹੁੰਦੀ ਆ। ਜ਼ਿਆਦਾਤਰ ਡਾਕਟਰੀ ਜਾਂਚ ਦੂਜੇ ਜਾਂ ਤੀਜੇ ਦਿਨ ਹੀ ਕੀਤੀ ਜਾਂਦੀ ਆ, ਪਰ ਦੀਪੁਰਾਂ ਦੇ ਕਾਫਲੇ ਦੀ ਹਾਲਤ ਨੂੰ ਦੇਖਦੇ ਹੋਏ ਜੇਲ੍ਹ ਕਰਮਚਾਰੀਆਂ ਨੇ ਉਹਨਾਂ ਦੀ ਉਸੇ ਦਿਨ ਡਾਕਟਰੀ ਜਾਂਚ ਕਰਵਾਉਣੀ ਠੀਕ ਸਮਝੀ। ਡਾਕਟਰੀ ਜਾਂਚ ਕਰਨ ਲਈ ਇੱਕ ਜਣੇ ਨੂੰ ਆਪਣੇ ਕੋਲ ਬੁਲਾ ਕੇ ਕੱਪੜੇ ਉਤਾਰਨ ਲਈ ਕਿਹਾ। ਜਦੋਂ ਉਸ ਮੁੰਡੇ ਨੇ ਆਪਣੇ ਥਾਂ ਤੋਂ ਫਟੇ ਕੱਪੜੇ ਉਤਾਰੇ ਤਾਂ ਵੇਖਦੇ ਹੀ ਡਾਕਟਰ ਹੈਰਾਨ ਰਹਿ ਗਿਆ ਕਿ ਉਹਨਾਂ ਦੇ ਸਰੀਰ ਉੱਪਰ ਛੋਟੇ ਧੱਫੜ ਨਿਕਲੇ ਹੋਏ ਸੀ, ਜਾਂ ਕਹਿ ਲਵੋ ਕਿ ਸਰੀਰ ਦੀ ਸਫਾਈ ਨਾ ਹੋਣ ਕਰਕੇ ਸਾਰੇ ਸਰੀਰ ਦੇ ਉੱਪਰ ਖੁਰਕ ਪੈ ਚੁੱਕੀ ਸੀ। ਇਸੇ ਤਰ੍ਹਾਂ ਜਦੋਂ ਬਾਕੀ ਮੁੰਡਿਆਂ ਨੂੰ ਕੱਪੜੇ ਉਤਾਰਨ ਲਈ ਆਖਿਆ ਗਿਆ ਤਾਂ ਉਹਨਾਂ ਦਾ ਹੋਰ ਵੀ ਭੈੜਾ ਹਾਲ ਸੀ। ਕਿਸੇ ਦੇ ਸਿਰ ਵਿੱਚ ਜੂਆਂ ਪੈ ਚੁੱਕੀਆਂ ਸੀ ਤੇ ਕਿਸੇ ਦੀਆਂ ਕੱਛਾਂ ਵਿੱਚ ਚਿੱਚੜ ਲੱਗੇ ਹੋਏ ਸੀ। ਤਕਰੀਬਨ ਚੰਮ ਜੂਆਂ ਤਾਂ ਹਰੇਕ ਦੀ ਪਈਆਂ ਹੋਈਆਂ ਸੀ। ਡਾਕਟਰ ਦੇ ਕਹਿਣ ਤੇ ਜੇਲ੍ਹ ਕਰਮਚਾਰੀਆਂ ਨੇ ਉਸੇ ਵਕਤ ਫੋਨ ਕਰਕੇ ਡਾਕਟਰਾਂ ਦੀ ਇੱਕ ਹੋਰ ਟੀਮ ਨੂੰ ਸੱਦ ਲਿਆ। ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵਾ ਕੇ ਸਰੀਰ ਦੀ ਸਫਾਈ ਕੀਤੀ ਗਈ, ਜਿਵੇਂ ਸਿਰ, ਕੱਛਾਂ ਦੇ ਵਾਲ ਸਾਫ਼ ਕੀਤੇ ਗਏ। ਸਾਰਿਆਂ ਨੂੰ ਪਾਉਣ ਲਈ ਨਵੇਂ ਕੱਪੜੇ ਦਿੱਤੇ ਗਏ। ਇਸ ਤਰ੍ਹਾਂ 3 ਦਿਨ ਸਭ ਦੀ ਡਾਕਟਰੀ ਜਾਂਚ ਚੱਲਦੀ ਰਹੀ, ਕਿਉਂਕਿ ਡਾਕਟਰ ਵੀ ਡਰ ਰਹੇ ਸੀ ਕਿ ਇਹੋ ਜਿਹੇ ਹਾਲਾਤਾਂ ਵਿੱਚ ਜੇ ਕਿਤੇ ਕੀਟਾਣੂ ਸਰੀਰ ਦੇ ਅੰਦਰ ਚਲੇ ਗਏ ਤਾਂ ਜਾਨਲੇਵਾ ਵੀ ਸਾਬਤ ਹੋ ਸਕਦੇ ਆ। 3 ਦਿਨਾਂ ਵਿੱਚ ਡਾਕਟਰਾਂ ਦੀ ਪੂਰੀ ਟੀਮ ਨੇ ਲੋੜੀਂਦੇ ਟੈਸਟ ਵਗੈਰਾ ਕੀਤੇ ਤੇ ਅਖੀਰ ਸਭ ਨੂੰ ਲੋੜ ਮੁਤਾਬਕ ਦਵਾਈ ਦੇ ਕੇ ਕੈਂਪ ਨਾਮੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਸੋ ਪਿਆਰੇ ਸਰੋਤਿਓ, ਉਸ ਪਾਰ ਜ਼ਿੰਦਗੀ ਨਾਵਲ ਨੂੰ ਪੂਰਾ ਸੁਣਨ ਦੇ ਲਈ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਲਈ ਇੰਨਾ ਹੀ। ਜ਼ਿੰਦਗੀ ਜ਼ਿੰਦਾਬਾਦ।